एक बार फिर करदा हाँ जी आप सब का हार्दिक स्वागत अज के इस प्रोग्राम में। मीडिया का काम होंदा जी कि जिहड़ा भी पक्ष होए वो तुहाडे सामने लैके आना। असी कोई जज नहीं बैठे कि असी कोई जजमेंट करिए, जो कुछ पक्ष ने तुहाडे सामने लैके आइए। हाल ही प्रोफैसर दर्शन सिंह इत्थे आए हुए सन ते उन्होंने साडे कोल स्टूडियो दे विच आके कुछ गल्लां दे उत्ते अपने विचार साझे कीते सी। उसी दे तहत अज उसी विषय नूं अगे लैके आ रहे हैं, क्योंकि जिहड़ी उन्होंने कुछ गल्लां कीतियां उस दे तहत सतविंदरपाल सिंह जंगी और अमरजीत सिंह जी खोसा इन्हां दा मनना है कि वो गल्लां ठीक नहीं सन। उस दे विच जो सही तरीके नाल गल पेश होनी चाहिए सी वो नहीं हुई। आओ अज इन्हां दा पक्ष सुनने कि इन्हां दा की कहना है। निर्णय तुसीं लो, फैसला तुसीं करो और उस तो बाद असी जिहड़ा हैगा दोनों पक्षां दे पक्ष तुहाडे सामने लैके आए हैं। जेकर तुहाडे कोल भी कोई सवाल होण तां साडे तक जरूर पहुँचाना ताकि असी आए हुए मेहमानों तो पुछ सकीए। स्वागत है जी तुहाडा। जी आनू वाहिगुरू जी खालसा वाहिगुरू जी की फतेह। सो भाई साहब, जो प्रोफैसर दर्शन सिंह आए उन्होंने मुख्य तौर पर जी गल की सी कि भाई गुरदास की जी असी गल करते हैं तो 40 पौड़ियां तक उन्होंने कहा कि ये तो ठीक है, पर 41वीं पौड़ी तो जो लिखा गया है वो ठीक नहीं, क्योंकि उस कई ऐसिया चीज़ां ने जी कि गुरु ग्रंथ साहब जी के अनुसार वो ठीक नहीं है। सो तुहाडा की पक्ष है, तुहाडा की कहना है? ਉਹਨਾਂ ਦੀ ਜਿਹੜੀ ਇੰਟਰਵਿਊ ਸੀ ਤੁਹਾਡੇ ਪ੍ਰੋਗਰਾਮ 'ਚ ਸਾਰਿਆਂ ਨੇ ਸੁਣੀ, ਅਸੀਂ ਵੀ ਸੁਣੀ ਉਹ ਜੀ। ਔਰ ਜਿਹੜੀ 41ਵੀਂ ਵਾਰ ਦੇ ਉੱਤੇ ਉਹਨਾਂ ਨੇ ਆਪਣਾ ਕਿੰਤੂ ਪਰੰਤੂ ਕੀਤਾ, ਹਾਲਾਂਕਿ ਉਹ ਖੁਦ ਉਹ ਪੜ੍ਹਦੇ ਰਹੇ ਗਾਉਂਦੇ ਰਹੇ ਆ। ਉਹਦੇ ਜਿਹੜਾ ਉਹਨਾਂ ਮੇਨ ਸੀਗਾ ਉਹ ਕਹਿੰਦੇ ਕਿ ਦੇਖੋ ਜਿਹੜੇ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਨੇ ਜੀ, ਨਾਲ ਉਹਨੇ ਕਿਹਾ ਵੀ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਜੀ, ਉਹਦਾ ਦਾ ਭਾਵ ਜਦੋਂ ਤੁਸੀਂ ਕਹਿੰਦੇ ਹੋ ਤਾਂ ਮਤਲਬ ਕਿ ਉਹ ਖੁਦ ਨਹੀਂ ਮੰਨਦੇ ਇਸ ਗੱਲ ਨੂੰ। ਚਲੋ ਇਹ ਵੀ ਛੱਡ ਲੈਂਦੇ ਹਾਂ। ਫਿਰ ਉਹ ਕਹਿੰਦੇ ਕਿ ਜਿਹੜੇ ਭਾਈ ਗੁਰਦਾਸ ਦੂਸਰੇ ਨੇ ਜੀ, ਉਹ ਉਹਨਾਂ ਦੀ ਵਾਰ ਜਿਹੜੀ ਆ ਦੂਜੀ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਆਪਾਂ ਸਾਰੇ ਨਿੱਕੇ ਹੁੰਦੇ ਸੁਣਦੇ ਆਏ ਆ ਜੀ। ਉਹ ਕਹਿੰਦੇ ਕਿ ਉਹ ਭਾਈ ਗੁਰਦਾਸ ਡਿਫਰੈਂਟ ਨੇ, ਦੂਸਰੇ ਨੇ ਜੀ, ਜਿਨ੍ਹਾਂ ਨੇ 40 ਵਾਰਾਂ ਲਿਖੀਆਂ ਉਹ ਗੁਰੂ ਅਰਜਨ ਦੇਵ ਜੀ ਦੇ ਟਾਈਮ 'ਚ ਹੋਏ ਨੇ। ਦੂਸਰੇ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਦੇ ਟਾਈਮ ਵਿੱਚ ਹੋਏ ਨੇ। ਠੀਕ। ਉਹ ਕਹਿੰਦੇ ਵੀ ਕਿਸੇ ਨੂੰ ਕੀ ਹੱਕ ਆ ਕਿ ਜਿਹੜੀ ਇੱਕ ਲਿਖਤ 100 ਸਾਲ ਬਾਅਦ ਵਿੱਚ ਲਿਖੀ ਗਈ ਹੋਵੇ ਤੇ ਉਹਨੂੰ ਦੂਸਰੇ ਲਿਖਾਰੀ ਦੇ ਨਾਲ ਮਿਲ ਕੇ ਇੱਕ ਥਾਂ ਸੰਪਾਦਿਤ ਕਰ ਦਿੱਤਾ ਜਾਵੇ। ਜੀ। ਹੁਣ ਪ੍ਰੋਫੈਸਰ ਸਾਹਿਬ ਨਾਲੋਂ ਜ਼ਿਆਦਾ ਮੈਂ ਸਮਝਦਾ ਕੋਈ ਹੋਰ ਇਸ ਗੱਲ ਨੂੰ ਨਹੀਂ ਸਮਝ ਸਕਦਾ। ਸਾਡੇ ਕੋਲ ਰੋਲ ਮਾਡਲ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਿਲਕੁਲ। ਉਹਨਾਂ ਵਿੱਚ ਕੁਛ ਭਗਤਾਂ ਦੀ ਬਾਣੀ ਆ, ਗੁਰੂ ਸਾਹਿਬਾਨ ਦੀ ਬਾਣੀ ਆ, ਤੇ ਕੁਛ ਭਗਤਾਂ ਦਾ ਤੇ ਗੁਰੂ ਸਾਹਿਬਾਨ ਦਾ ਵੀ 200 ਸਾਲ ਤੋਂ ਬਖਵਾਇਆ ਕਈਆਂ ਦਾ ਜ਼ਿਆਦਾ ਵੀ ਆ ਜੀ। ਲੇਕਿਨ ਉਹ ਇੱਕ ਥਾਂ ਕੰਪਾਈਲ ਕਰ ਦਿੱਤੀਆਂ ਗਈਆਂ। ਉਹਨਾਂ ਦਾ ਕਾਰਨ ਕੀ ਆ? ਉਹਨਾਂ ਦਾ ਜਿਹੜਾ ਆਸ਼ਾ ਤੇ ਉਦੇਸ਼ ਉਹ ਇੱਕ ਆ ਜੀ। ਜਿਸ ਵੇਲੇ ਆਸ਼ਾ ਤੇ ਉਦੇਸ਼ ਇੱਕ ਹੋਵੇ ਫਿਰ ਉਹ ਕੋਈ ਲਿਖਤ 1000 ਸਾਲ ਪਹਿਲਾਂ ਲਿਖੀ ਗਈ ਆ ਜਾਂ 500 ਸਾਲ ਪਹਿਲਾਂ ਲਿਖੀ ਗਈ ਆ, ਉਸ ਨੂੰ ਇੱਕ ਥਾਂ ਇਕੱਠਿਆਂ ਕਰਕੇ ਲਿਖਿਆ ਜਾ ਸਕਦਾ ਆਮ ਜਨਤਾ ਦੇ, ਸੰਗਤਾਂ ਦੇ ਫਾਇਦੇ ਵਾਸਤੇ, ਤਾਂ ਕਿ ਇੱਕ ਥਾਂ ਤੋਂ ਉਹ ਸਾਰੇ ਵਿਚਾਰ ਜਿਹੜੇ ਨੇ ਇੱਕੋ ਤਰ੍ਹਾਂ ਦੇ ਉਹ ਪੜ੍ਹ ਕੇ ਤੇ ਆਪਣਾ ਜੀਵਨ ਬਦਲ ਸਕਣ ਜੀ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਿਰਤ ਹੈ। ਇਸੇ ਪਿਰਤ ਨੂੰ ਹੀ ਸਮਝਦਿਆਂ ਹੋਇਆਂ, ਮੁੱਖ ਰੱਖਦਿਆਂ ਹੋਇਆਂ ਖਾਲਸਾ ਪੰਥ ਨੇ ਇਹ ਜਿਹੜੀ 41ਵੀਂ ਵਾਰ ਆ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ, ਪਹਿਲਾਂ ਤਾਂ ਕਿਉਂਕਿ ਵਾਰ ਆ ਉਹ ਵੀ ਵਾਰਾਂ ਨੇ ਤੇ ਵਾਰਾਂ ਨੂੰ ਵਾਰਾਂ ਦੇ ਸੰਗ੍ਰਹਿ ਵਿੱਚ ਵਾਰ ਨੂੰ ਜੋੜ ਦੇਣਾ ਜਾਇਜ਼ ਸਮਝਿਆ ਗਿਆ। ਦੂਸਰਾ ਉਹ ਕਹਿੰਦੇ ਕਿ ਬੜਾ ਭੁਲੇਖਾ ਪਾਊ ਗੱਲ ਆ ਜੀ। ਭੁਲੇਖਾ ਪਾਊ ਬਿਲਕੁਲ ਨਹੀਂ, ਉਹਨਾਂ ਨੂੰ ਖੁਦ ਪਤਾ। ਤੁਸੀਂ ਕਿਤੇ ਵੀ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਉਹ ਲੈ ਲਓ ਜੀ, ਉਹਨਾਂ ਦੇ ਅਖੀਰ ਦੇ ਵਿੱਚ ਜਿੱਥੇ ਜਾ ਕੇ ਵੀ ਭਾਈ ਗੁਰਦਾਸ ਦੂਜੇ ਦੀ ਵਾਰ ਆਉਂਦੀ ਆ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਉੱਥੇ 1.5 ਪੇਜ ਦਾ ਇੱਕ ਫੁੱਟ ਨੋਟ ਲੱਗਾ ਹੋਇਆ ਕਿ ਇਹ ਭਾਈ ਗੁਰਦਾਸ ਜੀ ਜਿਹੜੇ ਪਹਿਲੇ ਸੀ ਉਹਨਾਂ ਦੀ ਵਾਰ ਨਹੀਂ ਆ, ਇਹ ਭਾਈ ਗੁਰਦਾਸ ਦੂਜੇ ਦੀ ਵਾਰ ਆ। ਔਰ ਭਾਈ ਗੁਰਦਾਸ 2-4 ਹੋਰ ਵੀ ਹੋਏ ਨੇ, ਉਹਨਾਂ ਦਾ ਵੀ ਜ਼ਿਕਰ ਹੈ ਵਿੱਚ। ਔਰ ਉਹਨਾਂ ਚੋਂ ਕਿਹੜੇ ਭਾਈ ਗੁਰਦਾਸ ਜੀ ਦੀ ਇਹ ਵਾਰ ਆ ਉਹ ਬੜਾ ਸਪਸ਼ਟ ਲਿਖਿਆ ਹੋਇਆ। ਦੂਸਰਾ ਨੁਕਤਾ ਕਿ ਜਦੋਂ ਵੀ ਕੋਈ ਬੰਦਾ ਇਸ ਵਾਰ ਨੂੰ ਪੜ੍ਹਦਾ ਆ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਗੱਲ ਚੱਲਦੀ ਆ ਜੀ। ਗੁਰੂ ਗੋਬਿੰਦ ਸਿੰਘ ਦੇ ਵੇਲੇ ਦੇ ਹਾਲਾਤ ਚੱਲਦੇ, ਉਹ ਤੋਂ ਬਾਅਦ ਦੇ ਹਾਲਾਤ ਚੱਲਦੇ ਨੇ, ਬੰਦਾ ਸਿੰਘ ਬਹਾਦਰ ਦੇ ਟਾਈਮ ਦੇ ਹਾਲਾਤ ਚੱਲਦੇ ਨੇ ਜੀ। ਹੁਣ ਆਮ ਇੱਕ ਸਧਾਰਨ ਵਿਅਕਤੀ ਇਹ ਸਮਝ ਸਕਦਾ ਵੀ ਭਾਈ ਗੁਰਦਾਸ ਜੀ ਦਾ ਤਾਂ ਦੇਹਾਂਤ ਗੁਰੂ ਅਰਜਨ ਦੇਵ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਉਹ ਰਹੇ, ਮੈਕਸੀਮਮ ਉਹਨਾਂ 'ਚ ਰਹੇ। ਉਹ ਤੋਂ ਬਾਅਦ 3 ਗੁਰੂ ਸਾਡੇ ਹੋਏ, 4। ਉਸ ਵੇਲੇ ਭਾਈ ਗੁਰਦਾਸ ਜੀ ਕਿਵੇਂ ਲਿਖ ਸਕਦੇ? ਇਹ ਤਾਂ 100 ਸਾਲ ਬਾਅਦ ਘਟਨਾ ਵਾਪਰੀ ਆ। ਉਹ ਇਤਿਹਾਸ ਜਿਹੜਾ ਉਹ ਭਾਈ ਗੁਰਦਾਸ ਪਹਿਲੇ ਲਿਖ ਹੀ ਨਹੀਂ ਸਕਦੇ, ਕਿਉਂਕਿ ਹਰ ਇੱਕ ਬੰਦਾ ਇਸ ਚੀਜ਼ ਨੂੰ ਸਮਝਦਾ ਜੀ। ਸੋ ਇਹ ਬੜਾ ਕਲੀਅਰ ਆ। ਔਰ ਅੱਜ ਤੱਕ ਖਾਲਸਾ ਪੰਥ ਜਦੋਂ ਦਾ ਹੋਂਦ ਵਿੱਚ ਆਇਆ ਕਿਸੇ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ। ਲੇਕਿਨ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਮਤਲਬ ਇਸ ਚੀਜ਼ ਨੂੰ ਇੱਕ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਸਪਿਨ ਦੇ ਰਹੇ ਆ ਕਿ ਮਤਲਬ ਇਹ ਜਿਹੜੀ ਚੀਜ਼ ਆ ਇਹ ਨਜਾਇਜ਼ ਆ, ਇਹ ਨਹੀਂ ਹੋਣੀ ਚਾਹੀਦੀ। ਫਿਰ ਉਹਨਾਂ ਨੇ ਅੱਗੇ ਚੱਲ ਕੇ ਇਹ ਕਿਹਾ ਕਿ ਇਹ ਜਿਹੜੀ ਵਾਰ ਆ ਇਹਦੇ ਵਿੱਚ ਇੱਕ ਬੜਾ ਡਰ ਦੇਣ ਵਾਲਾ, ਜਿਹੜਾ ਭੈ ਭੀਤ ਕਰਨ ਵਾਲੀ ਸ਼ਬਦਾਵਲੀ ਆ ਜੀ, ਉਹ ਵਰਤੀ ਗਈ ਆ। ਜਿਵੇਂ ਸਿੰਘ ਉੱਠੇ ਬਬਕਾਰ ਕੇ ਕੰਪਿਓ ਤੁਰਕਾਨਾ। ਹੁਣ ਸੋਚਣ ਵਾਲੀ ਗੱਲ ਇਹ ਆ,
ਹਰਪ੍ਰੀਤ ਸਿੰਘ ਜੀ ਭਈ 700 ਸਾਲ ਦੀ ਜਿਹੜੀ ਗੁਲਾਮੀ ਚੱਲੀ ਆ ਰਹੀ ਸੀ ਜੀ, ਉਸ ਨੂੰ ਇੱਕ ਐਸਾ ਮਤਲਬ ਮੋੜ ਦੇ ਦੇਣਾ ਔਰ ਉਹ ਗੁਲਾਮੀ ਦਾ ਜੂੜਾ ਲਾ ਕੇ ਹਿੰਦੁਸਤਾਨੀਆਂ ਨੂੰ ਉਹਨਾਂ ਦੀ ਮਤਲਬ ਆਜ਼ਾਦੀ ਬਖਸ਼ਣੀ। ਬੰਦਾ ਬਹਾਦਰ ਸਿੰਘ ਨੇ ਕੀ ਕੀਤਾ? ਜਿਹੜੀ ਸਰਹੰਦ ਦੀ ਇੱਟ ਨੇ ਇੱਟ ਖੜਕਾਈ ਜਾਂ ਪਹਿਲਾਂ ਸਢੌਰੇ ਦੀ ਦੂਜੀਆਂ ਤੀਜੇ ਸ਼ਹਿਰਾਂ ਦੇ ਵਿੱਚ ਉਹ ਜੋ ਲੜਾਈਆਂ ਹੋਈਆਂ ਜੀ, ਉਹ ਜ਼ਾਲਮਾਂ ਨੂੰ ਮਤਲਬ ਸਬਕ ਸਿਖਾਉਂਦੇ ਹੋਏ ਉਹਨਾਂ ਨੇ ਇੱਕ ਐਸਟੈਬਲਿਸ਼ ਕੀਤਾ ਆਪਣਾ ਰਾਜ ਭਾਗ, ਜਿਹਨੂੰ ਆਪਾਂ ਕਹਿੰਦੇ ਕਿ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਬੰਦਾ ਬਹਾਦਰ ਨੇ ਉਹ ਚੀਜ਼ ਕੀਤੀ ਔਰ ਜ਼ਿਮੀਂਦਾਰਾਂ ਨੂੰ ਉਹਨਾਂ ਦੇ ਜ਼ਿਮੀਂਦਾਰਾਂ ਦੇ ਮਲਕੀਅਤ ਬਣਾਈ, ਮਾਲਕ ਬਣਾ ਦਿੱਤਾ ਗਿਆ ਜੀ। ਹੁਣ ਉਹ ਜਿਹੜੀ ਚੀਜ਼ ਆ, ਜੇ ਇਸ ਚੀਜ਼ ਦਾ ਜਿਹੜਾ ਸਾਡਾ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹੜਾ 239 ਸਾਲ ਦੀ ਜੇ 40 ਸਾਲ ਦੀ ਮਿਹਨਤ ਆ ਜੀ, ਜੇ ਇਹ ਸਭ ਕੁਝ ਨਹੀਂ ਹੋਣਾ ਸੀ ਤਾਂ ਫਿਰ ਹਾਸਿਲ ਕੀ ਆ? ਹੁਣ ਪ੍ਰੋਫੈਸਰ ਸਾਹਿਬ ਕਹਿੰਦੇ ਆ ਉਹ ਜਿਹੜੇ ਬਹਾਦਰੀ ਦੇ ਕਾਰਨਾਮੇ ਨੇ ਉਹ ਜੋ ਸਿੰਘਾਂ ਨੇ ਮਾਰ ਕੇ ਮਾਰੇ ਉਸ ਦੌਰ ਦੇ ਵਿੱਚ ਜੀ, ਔਰ ਉਸ ਵੇਲੇ ਜਿਵੇਂ ਕਿ ਸੁਨਨਤ ਕਰਕੇ ਕਲਮਾ ਪੜ੍ਹ ਕੇ ਤੇ ਹਰੇਕ ਨੂੰ ਮੁਸਲਮਾਨ ਬਣਾਇਆ ਜਾਂਦਾ ਸੀਗਾ, ਇਸ ਕੋਈ ਇਸ ਇਤਿਹਾਸ ਤੋਂ ਮੁਨਕਰ ਨਹੀਂ ਆ, ਸਾਰਿਆਂ ਨੂੰ ਬੜਾ ਸਪਸ਼ਟ ਆ, ਕਲੀਅਰ ਆ। ਔਰ ਉਹਨੂੰ ਰੋਕ ਦੇਣਾ ਜੀ, ਔਰ ਉਹਨੂੰ ਮਤਲਬ ਲੋਕਾਂ ਨੂੰ ਮਤਲਬ ਇਹ ਹੋ ਗਿਆ ਵੀ ਮਤਲਬ ਹੁਣ ਕੋਈ ਵੀ ਜਿਹੜਾ ਆ ਇਹਨਾਂ ਦੀ ਸੁਨਨਤ ਨਹੀਂ ਕਰ ਸਕਦਾ, ਕੋਈ ਇਹਨਾਂ ਨੂੰ ਜ਼ਬਰਦਸਤੀ ਕਲਮਾ ਨਹੀਂ ਪੜ੍ਹਾ ਸਕਦਾ ਜੀ। ਉਹ ਜਿਹੜਾ ਜ਼ਿਕਰ ਆ ਉਸ ਵਾਰ ਦੇ ਵਿੱਚ ਆ, ਔਰ ਉਸ ਵਾਰ ਦੇ ਵਿੱਚ ਇਤਨਾ ਵੀਰ ਰਸ ਆ ਭਈ ਮਤਲਬ ਤੁਸੀਂ ਅੱਜ ਵੀ ਪੜ੍ਹ ਕੇ ਜਦੋਂ ਦੇਖਦੇ ਆ ਤੁਸੀਂ ਉਸ ਹਾਲਾਤ ਨੂੰ ਮਹਿਸੂਸ ਕਰਦੇ ਆ ਵੀ ਉਸ ਵੇਲੇ ਸਿੰਘਾਂ ਵਿੱਚ ਕਿਸ ਤਰ੍ਹਾਂ ਦਾ ਜਜ਼ਬਾ ਸੀ, ਕਿੰਨਾ ਜੋਸ਼ ਸੀ ਤੇ ਕਿਸ ਤਰ੍ਹਾਂ ਦੇ ਮਾਰ ਕਿਉਂ ਨਹੀਂ ਮਾਰੇ। ਔਰ ਪ੍ਰਿੰਸੀਪਲ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਕਹਿੰਦੇ ਆ ਕਿ ਇਹ ਤਾਂ ਜੀ ਡਰਾਉਣ ਵਾਲੀ ਗੱਲ ਹੈ ਉਹਦੇ ਵਿੱਚ, ਤੇ ਨਾਲ ਉਹਨੇ ਇੱਕ ਐਗਜ਼ਾਮਪਲ ਦਿੱਤੀ ਵੀ ਗੁਰਬਾਣੀ ਵਿੱਚ ਤਾਂ ਸਾਡਾ ਸੰਕਲਪ ਇਹ ਹੈ ਕਿ ਭੈ ਕਾਹੂ ਕੋ ਦੇਤ ਨਹੀਂ ਨਾ ਭੈ ਮਾਨਤ ਆਨ। ਹੁਣ ਜੇ ਦੇਖਿਆ ਜਾਵੇ ਬਿਲਕੁਲ ਗੱਲ ਸਹੀ ਆ। ਆਮ ਸਧਾਰਨ ਸਰੋਤੇ ਜਦੋਂ ਇਹ ਗੱਲ ਸੁਣੂਗੇ ਉਹ ਕਹੋਗੇ ਹਾਂ ਬਈ ਸਾਡਾ ਤਾਂ ਸਿਧਾਂਤ ਆ ਵੀ ਅਸੀਂ ਕਿਸੇ ਨੂੰ ਭੈ ਦੇਣਾ ਨਹੀਂ, ਨਾ ਕਿਸੇ ਦਾ ਭੈ ਲੈਣਾ। ਪਰ ਹੁਣ ਸੋਚਣ ਵਾਲੀ ਗੱਲ ਆ ਵੀ ਇਸੇ ਲਾਈਨ ਦੇ ਵਿੱਚ ਜਿਹੜਾ ਬੰਦਾ ਇਹ ਕਹੂਗਾ, ਜਿਹੜਾ ਵੀ ਇਨਸਾਨ ਦੁਨੀਆ 'ਚ ਇਹ ਕਹੂਗਾ ਵੀ ਨਾ ਭੈ ਮਾਨਤ ਆਨ, ਉਹਦੇ ਵਿੱਚ ਕੋਈ ਤਾਣ ਹੋਏਗਾ ਨਾ। ਜੰਗਲ ਵਿੱਚ ਸ਼ੇਰ ਤਾਂ ਇਹ ਗੱਲ ਕਲੇਮ ਕਰ ਸਕਦਾ, ਗਿੱਦੜ ਤੇ ਕਲੇਮ ਨਹੀਂ ਕਰ ਸਕਦਾ ਵੀ ਮੈਨੂੰ ਜੰਗਲ 'ਚ ਕਿਸੇ ਦਾ ਭੈ ਨਹੀਂ। ਤੁਸੀਂ ਸ਼ੇਰ ਸਿੰਘ ਹੋਵੋਗੇ ਹੀ ਨਾ, ਫਿਰ ਇਹ ਤੁਹਾਡੇ ਅੰਦਰੋਂ ਜ਼ਿਹਨ 'ਚੋਂ ਨਿਕਲੇਗਾ ਵੀ ਮੈਂ ਹੀ ਤਾਂ ਕਿਸੇ ਨੂੰ ਡਰ ਦਿੰਦੇ ਆ, ਨਾ ਕਿਸੇ ਦਾ ਡਰ ਭਾਈ ਮੰਨਦੇ ਆ ਜੀ, ਸਿੰਪਲ। ਤੇ ਜਿਹੜਾ ਸਾਡਾ ਗੁਰਬਾਣੀ ਦਾ ਇਹ ਸਿਧਾਂਤ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇਹੇ ਜੀ। ਹੁਣ ਦੀਨ ਦੀ ਖਾਤਰ ਖਾਲਸਾ ਲੜਿਆ, ਦੀਨ ਦੁਖੀਆਂ ਦੀ ਖਾਤਰ ਖਾਲਸੇ ਨੇ ਜੰਗਾਂ ਕੀਤੀਆਂ, ਯੁੱਧ ਕੀਤੇ, ਉਹਨੇ ਕੋਈ ਆਪਣਾ ਰਾਜ ਭਾਗ ਬਣਾਉਣ ਲਈ ਜੰਗ ਨਹੀਂ ਕੀਤੀਆਂ, ਜਾਂ ਕਿਸੇ ਦੇ ਉੱਤੇ ਮਤਲਬ ਇਹ ਧਾ ਕੇ ਨਹੀਂ ਚੜ੍ਹਾਈ ਕੀਤੀ ਵੀ ਉਹਨਾਂ ਦਾ ਅਸੀਂ ਰਾਜ ਭਾਗ ਜਾਂ ਕਿਲਾ ਮੰਨਣਾ ਜਾਂ ਅਸੀਂ ਆਪਣਾ ਉੱਥੇ ਜਾ ਕੇ ਝੰਡਾ ਗੱਡਣਾ। ਲੇਕਿਨ ਗਲ ਪਈਆਂ ਲੜਾਈਆਂ ਸਾਰੀਆਂ ਕੀਤੀਆਂ ਔਰ ਗਲ ਪਈਆਂ ਲੜਾਈਆਂ ਨੂੰ ਜਿੱਤਿਆ, ਔਰ ਉਸ ਜਿੱਤ ਦੇ ਪਿੱਛੇ ਉਹਨਾਂ ਦਾ ਜਜ਼ਬਾ, ਉਹਨਾਂ ਦੀ ਬਹਾਦਰੀ, ਉਹਨਾਂ ਦੇ ਜਿਹੜੇ ਜੋਸ਼ ਸੀਗੇ, ਉਹ ਇਸ ਵਾਰ ਦੇ ਵਿੱਚ ਭਾਈ ਗੁਰਦਾਸ ਦੂਸਰੇ ਨੇ ਬੜੇ ਹੀ ਸੁਚੱਜੇ ਢੰਗ ਨਾਲ ਕਲਮਬੰਦ ਕੀਤੇ ਆ ਜੀ। ਔਰ ਉਸ ਨੂੰ ਮਤਲਬ ਇਸ ਤਰ੍ਹਾਂ ਨਾਲ ਰੰਗਤ ਦੇਣੀ ਕਿ ਇਹ ਡਰਾਉਣ ਵਾਲੀਆਂ ਗੱਲਾਂ ਨੇ, ਇਹ ਇਸਲਾਮ ਨਾਲ ਸਾਡਾ ਵਿਛੋੜਾ ਪਾਉਣ ਵਾਲੀਆਂ ਗੱਲਾਂ ਨੇ। ਨਹੀਂ, ਇਸਲਾਮ ਨਾਲ ਸਾਡਾ ਕੋਈ ਵਿਛੋੜਾ ਨਹੀਂ। ਉਸ ਵੇਲੇ ਇਸਲਾਮ ਦੇ ਵਿੱਚ ਜਿਹੜੇ ਲੋਕ ਸੀ ਉਹ ਵੀ ਤਾਂ ਉਹ ਹਕਮਰਾਨਾਂ ਤੋਂ ਉਸ ਵੇਲੇ ਤੰਗ ਸੀਗੇ ਜੀ, ਔਰ ਇਸੇ ਕਰਕੇ ਗੁਰੂ ਸਾਹਿਬ ਦੀ ਫੌਜ ਵਿੱਚ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਸਾਹਿਬ ਦੇ ਹੱਕ 'ਚ ਹੋ ਕੇ ਲੜੇ, ਕਿਉਂਕਿ ਗੱਲ ਕਿਸੇ ਫਿਰਕੇ ਦੇ ਖਿਲਾਫ ਲੜਾਈ ਨਹੀਂ ਸੀ, ਜ਼ੁਲਮ ਦੇ ਖਿਲਾਫ ਲੜਾਈ ਸੀ ਜੀ। ਤੇ ਜ਼ੁਲਮ ਨੂੰ ਠੱਲ ਪਾਉਣ ਦੇ ਵਾਸਤੇ ਇੱਕ ਬਹਾਦਰ ਬੰਦਾ ਠੱਲ ਪਾ ਸਕਦਾ, ਇੱਕ ਕਮਜ਼ੋਰ ਬੰਦਾ ਕੁਝ ਨਹੀਂ ਕਰ ਸਕਦਾ। ਇਸ ਕਰਕੇ ਅਸੀਂ ਕਹਿੰਦੇ ਆ ਵੀ ਭਾਈ ਸਾਹਿਬ ਸਭ ਕੁਝ ਜਾਣਦੇ ਨੇ, ਦਰਸ਼ਨ ਸਿੰਘ ਹੁਣੀ, ਔਰ ਉਹਨਾਂ ਨੂੰ ਇਸ ਚੀਜ਼ ਨੂੰ ਇਸ ਤਰ੍ਹਾਂ ਦੀ ਰੰਗਤ ਨਹੀਂ ਦੇਣੀ ਚਾਹੀਦੀ ਜਿਹੜੀ ਕਿ ਪੰਥ ਦੀਆਂ ਜਿਹੜੀਆਂ ਸਾਡੀਆਂ ਲਿਖਤਾਂ ਨੇ, ਪੰਥਕ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਜਿਹੜੇ ਪੰਥਕ ਸਾਡਾ ਇਤਿਹਾਸ ਆ ਖਾਲਸੇ ਨੇ ਸਿਰਜਿਆ, ਉਹਨੂੰ ਇਹ ਕਹਿ ਕੇ ਨਕਾਰ ਦੇਣਾ ਵੀ ਇਹ 'ਚੋਂ ਤਾਂ ਡਰ ਲੱਗਦਾ ਅੱਜ ਦੇ ਲੋਕਾਂ ਨੂੰ। ਦੂਸਰਾ ਉਹਨਾਂ ਨੇ ਨੁਕਤਾ ਇਹ ਉਠਾਇਆ ਵੀ ਇਹ ਵਾਰ ਜਿਹੜੀ ਆ ਇਹ ਸਾਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਦੇਗੀ ਜੀ। ਬੜੀ ਹੈਰਾਨੀ ਹੁੰਦੀ ਇਸ ਗੱਲ ਦੀ। ਇੱਕ ਉਹਨਾਂ ਦੀ CD ਆਈ ਸੀ ਆਪਣੇ, ਮੈਂ ਨਾ ਕਹੋ ਸਭ ਤੋਹੇ ਬਖਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਹੇ ਬਖਾਨਿਓ। ਉਹਦੇ ਵਿੱਚ ਰਾਮ ਰਹੀਮ ਦੀ ਗੱਲ ਸੀ, ਔਰ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦਿਨਾਂ ਵਿੱਚ ਕਿਤੇ ਇਹ ਭਿਣਕ ਪਈ ਵੀ ਕੁਝ ਸਾਡੇ ਸਿੱਖ ਵੀ ਇਹ ਗੱਲ ਕਹਿ ਰਹੇ ਨੇ, ਜਾਂ ਕੁਝ ਸਿੱਖ ਗੁਰਦੁਆਰਿਆਂ ਦੇ ਪ੍ਰਧਾਨ, ਉਹਨੇ ਜ਼ਿਕਰ ਕੀਤਾ ਉਹਦੇ ਵਿੱਚ ਵੀ ਕੁਝ ਪ੍ਰਧਾਨ ਗੁਰਦੁਆਰਾ ਸਾਹਿਬਾਂ ਦੇ ਤੋਂ ਇਹ ਗੱਲ ਸੁਣੀ ਆ ਵੀ ਜਿਹੜਾ ਰਾਮ ਲਫ਼ਜ਼ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵਾਰੀ ਆਇਆ, ਤੇ ਮਤਲਬ ਇਸ ਕਰਕੇ ਅਸੀਂ ਰਾਮਦੇਵ ਉਪਾਸਕ ਰਾਮ ਦੀ ਪੂਜਾ ਕਰਨ 'ਚ ਕੋਈ ਹਰਜ ਨਹੀਂ ਸਾਨੂੰ। ਉਹ ਬੜੇ ਇਸ ਗੱਲ ਤੇ ਪ੍ਰੋਫੈਸਰ ਖੁਦ ਨਾਰਾਜ਼ ਸਨ, ਵਜਦ ਵਿੱਚ ਸਨ ਪੂਰੇ, ਕਿ ਇਹਦਾ ਕਲੈਰੀਫਿਕੇਸ਼ਨ ਚਾਹੀਦੀ ਆ, ਔਰ ਉਹਨਾਂ ਦੀ ਕਲੈਰੀਫਿਕੇਸ਼ਨ ਇਤਨੀ ਵਧੀਆ ਆ। ਔਰ ਮੇਰਾ ਖਿਆਲ ਅਸੀਂ ਉਹ ਜਿੰਨੀਆਂ ਵੱਧ ਤੋਂ ਵੱਧ ਅਸੀਂ ਉਹ ਸੀਡੀਆਂ ਜਾਂ ਉਹਨਾਂ ਦੀਆਂ ਕਾਪੀਆਂ ਕਰਕੇ ਲੋਕਾਂ ਨੂੰ ਦਿੱਤੀਆਂ, ਲੋਕ ਜਿਨ ਵੀ ਸੁਣੀ ਆਸ਼ਸ਼ ਕਰ ਉੱਠੇ ਜੀ। ਪ੍ਰੋਫੈਸਰ ਸਾਹਿਬ ਦੀ ਜੇ ਅਸੀਂ ਅੱਜ ਗੱਲ ਕਰਦੇ ਹਾਂ, ਸਾਡਾ ਉਹਨਾਂ ਨਾਲ ਨਿੱਜੀ ਕੋਈ ਨਹੀਂਗਾ, ਉਹਨਾਂ ਦੀਆਂ ਪੁਰਾਤਨ ਜੋ ਉਹਨੇ ਕੀਤਾ ਜਾਂ ਵਿਖਿਆਨ ਦਿੱਤੇ ਆ, ਅਸੀਂ ਅੱਜ ਵੀ ਉਹ ਤੋਂ ਫਾਇਦਾ ਉਠਾ ਰਹੇ ਹਾਂ, ਐਸੀ ਕੋਈ ਗੱਲ ਨਹੀਂ।
ਉਹਦੇ ਵਿੱਚ ਉਹਨਾਂ ਨੇ ਬੜਾ ਹੀ ਸਪਸ਼ਟ ਕਰਕੇ ਇਹ ਸਾਰੀ ਗੱਲ ਦਿੱਤੀ ਔਰ ਉਹਨੇ ਇਹ ਵੀ ਕਿਹਾ ਵੀ ਇਹ ਮੈਂ ਜੋ ਕੁਝ ਕਹਿ ਰਿਹਾ ਇਹ ਹਵਾਲੇ ਜਿਹੜੇ ਨੇ ਉਹਨੇ 10 ਗ੍ਰੰਥ ਚੋਂ ਸਮਾਂ ਜ਼ਿਆਦਾ ਹਵਾਲੇ ਲਏ ਉਸ ਸੀਡੀ ਦੇ ਵਿੱਚ ਕਿ ਰਾਮ ਜਿਹੜਾ ਸਾਡਾ ਜਿਸ ਨੂੰ ਸਿੱਖ ਸਾਈਕੀ ਚ ਰਾਮ ਦਾ ਮਤਲਬ ਕੀ ਪਰਿਭਾਸ਼ਾ ਕੀ ਆ ਸਿੱਖਾਂ ਦੇ ਸਾਹਿਤ ਵਿੱਚ ਤੇ ਸਾਡੇ ਸਨਾਤਨ ਸਾਹਿਤ ਵਿੱਚ ਰਾਮ ਦੀ ਪਰਿਭਾਸ਼ਾ ਕੀ ਆ ਬੜਾ ਹੀ ਸੁੰਦਰ ਢੰਗ ਨਾਲ ਉਹਨੇ ਵਿਆਖਿਆ ਕੀਤੀ ਲੇਕਿਨ ਇਹੋ ਹੀ ਫਾਰਮੂਲਾ ਇੱਥੇ ਲੱਗਦਾ ਜਦੋਂ ਉਹ ਕਹਿੰਦੇ ਨਾ ਵੀ ਉਹ ਵਿੱਚ ਲਿਖਿਆ ਵੀ ਹਿੰਦਕ ਠਹਿਰਾਏ ਉਹ ਲਾਈਨ ਮੈਂ ਸ਼ਾਇਦ ਇੱਥੇ ਕਿਤੇ ਮੈਂ ਲਿਖੀਆਂ ਵੀ ਸੀਗੀਆਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ ਜਾਂ ਹਿੰਦਕ ਠਹਿਰਾਏ ਚਲੋ ਜੀ ਲਫ਼ਜ਼ ਆਉਂਦਾ ਹੈਗਾ ਉਹਦੇ ਵਿੱਚ ਲਫ਼ਜ਼ ਆਉਂਦਾ ਜੀ ਹੁਣ ਜਿਹੜਾ ਹਿੰਦਕ ਲਫ਼ਜ਼ ਆ ਜੀ ਉਹਦਾ ਬਿਲਕੁਲ ਹੀ ਹਿੰਦੂ ਜਿਹੜਾ ਉਹਦਾ ਟਰਾਂਸਲੇਸ਼ਨ ਕਰ ਲੈਣਾ ਮੇਰਾ ਖਿਆਲ ਆ ਵੀ ਇਹ ਬਹੁਤ ਇੱਕ ਨਾਦਾਨੀ ਜੀ ਵਾਲੀ ਗੱਲ ਹੈਗੀ ਆ ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਸਾਰੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਹਿੰਦਕ ਨੇ ਚਾਹੇ ਉਹ ਕ੍ਰਿਸਚੀਅਨ ਨੇ ਜੈਨ ਧਰਮ ਵਾਲੇ ਨੇ ਬੋਧੀ ਨੇ ਕੋਈ ਵੀ ਨੇ ਉਹ ਸਾਰੇ ਹਿੰਦਕ ਨੇ ਜਿਵੇਂ ਕਿ ਕੈਨੇਡਾ ਵਿੱਚ ਅਸੀਂ ਰਹਿੰਦੇ ਆ ਅਸੀਂ ਸਾਰੇ ਕੈਨੇਡੀਅਨ ਆ ਸਾਡੇ ਪਾਸਪੋਰਟ ਦੇ ਉੱਤੇ ਖਾਨਾ ਬਣਿਆ ਜਾਂ ਕਿਤੇ ਫਾਰਮ ਭਰਦੇ ਆ ਤੁਹਾਡੀ ਨੈਸ਼ਨੈਲਿਟੀ ਕੀ ਆ ਕੈਨੇਡੀਅਨ ਹੁਣ ਜੇ ਕੋਈ ਕੈਨੇਡੀਅਨ ਤੋਂ ਸਾਨੂੰ ਕਹਦੇ ਅਸੀਂ ਕ੍ਰਿਸਚੀਅਨ ਆ ਨਹੀਂ ਅਸੀਂ ਕ੍ਰਿਸਚੀਅਨ ਨਹੀਂ ਅਸੀਂ ਕੈਨੇਡੀਅਨ ਹੁੰਦੇ ਹੋਏ ਵੀ ਸਿੱਖ ਆ ਅਸੀਂ ਹਿੰਦਕ ਹੋਏ ਵੀ ਸਿੱਖ ਆ ਓਕੇ ਸੋ ਇਹਦੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹੀ ਲਿਖਿਆ ਫਿਰ ਐਸਾ ਹੁਕਮ ਅਕਾਲ ਕਾਗਜ਼ ਮੇਂ ਪਟਾਨਾ ਤਬ ਸੁन्नत कोई ना कर सके काप्यो तुर्काना यूं उम्मत सब मोहम्मदी खप गई निदाना तब फटे डंक जग में घूरे दुख धुंध मिटाना हिंदक ठहराए ਇਸ ਉਹਦਾ ਜਿਹੜਾ ਮਤਲਬ ਹਾਂਜੀ ਇਹਦਾ ਤਾਂ ਇਹ ਸੀਗਾ ਕਿ ਜਿਸ ਵੇਲੇ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਜੀ ਇਹਦੇ ਵਿੱਚ ਇਹ ਲਾਈਨਾਂ ਲਿਖੀਆਂ ਨੇ ਕਿ ਜਿਵੇਂ ਉਹ ਕਹਿੰਦੇ ਵੀ ਸਭ ਤਬ ਸੁन्नत ਕੋਈ ਨਾ ਕਰ ਸਕੇ ਕੰਪਿਓ ਤੁਰਕਾਨਾ ਇਉਂ ਉਮਤ ਸਭ ਮੁਹੰਮਦੀ ਖਪ ਗਈ ਨਿਦਾਨਾ ਉਹ ਇਹ ਲਾਈਨ ਉਹ ਤੁਹਾਡੇ ਸ਼ੋਅ 'ਚ ਪੜ੍ਹ ਕੇ ਤਾਂ ਫਿਰ ਅਟਕ ਕੇ ਕਹਿੰਦੇ ਦੇਖੋ ਜੀ ਇਹਦੇ ਸਪਸ਼ਟ ਅੱਖਰੀ ਅਰਥ ਇਹ ਬਣਦੇ ਨੇ ਵੀ ਮੁਹੰਮਦ ਸਾਹਿਬ ਦੀ ਜਿੰਨੀ ਉਮਤ ਸੀ ਸਾਰੀ ਖਤਮ ਹੋ ਗਈ ਸਿੱਖਾਂ ਨੇ ਖਤਮ ਕਰਤੀ ਫਿਰ ਉਹਨੇ ਕੁਐਸਚਨ ਕੀਤਾ ਵੀ ਦੇਖੋ ਦੁਨੀਆ ਦੇ ਤਖਤ ਤੇ ਕਦੀ ਕੋਈ ਐਸਾ ਸਮਾਂ ਸੀ ਕਿ ਇਸਲਾਮਕ ਜਿਹੜਾ ਧਰਮ ਹੈ ਉਹ ਖਤਮ ਹੋ ਗਿਆ ਹੋਵੇ ਜਾਂ ਮੁਸਲਿਮ ਭਾਈਚਾਰਾ ਖਤਮ ਹੋ ਗਿਆ ਹੋਵੇ ਹੁਣ ਆਮ ਬੰਦਾ ਕਹਿੰਦਾ ਇਹ ਤਾਂ ਕਦੀ ਵੀ ਨਹੀਂ ਹੋਇਆ ਨਾ ਹੋ ਸਕਦਾ ਉਹ ਅੱਲਾ ਦਾ ਧਰਮ ਹੈ ਅੱਲਾ ਦੇ ਚਲਾਇਆ ਉਹ ਕਦੀ ਖਤਮ ਹੋਏਗਾ ਜਿੰਨੇ ਦੁਨੀਆ ਹੈ ਉਹਨਾਂ ਚਿਰ ਰਹੇਗਾ ਸਭ ਧਰਮ ਰਹਿਣਗੇ ਲੇਕਿਨ ਇਹ ਜਿਹੜੀ ਚੀਜ਼ ਹੈ ਜਿਉਂ ਉਮਤ ਸਭ ਮੁਹੰਮਦੀ ਖਪ ਗਈ ਨਿਦਾਨਾ ਤਬ ਫਤਿਹ ਡੰਕ ਜਗ ਮੇ ਘੁਰੇ ਦੁੱਖ ਦੁੰਦ ਮਿਟਾਨਾ ਇਹਦਾ ਸਿਰ ਭਾਵ ਜਿਹੜਾ ਸੀ ਇਹ ਸੀ ਕਿ ਜਿਹੜੇ ਉਸ ਵੇਲੇ ਦੇ ਉਸ ਏਰੀਏ ਦੇ ਵਿੱਚ ਜਿਹੜਾ ਜ਼ੁਲਮ ਕਰ ਰਹੇ ਸੀਗੇ ਜਿਹੜੇ ਹਾਕਮ ਜਮਾਤ ਸੀਗੀ ਉਹ ਮਤਲਬ ਇਸਲਾਮ ਨੂੰ ਬਿਲੋਂਗ ਕਰਦੀ ਸੀ ਇਸ ਕਰਕੇ ਜਿਹੜੇ ਉਹ ਹਾਕਮ ਸੀਗੇ ਉਹ ਬੰਦਾ ਬਹਾਦਰ ਦੇ ਆਉਣ ਨਾਲ ਉਹ ਜਿਹੜੇ ਹਾਕਮ ਆਮ ਜਨਤਾ ਨੂੰ ਤੰਗ ਕਰਦੇ ਸੀ ਉਹਨਾਂ ਦਾ ਉਹਨੇ ਮਤਲਬ ਖੁਰਾ ਖੋਜ ਮਿਟਾ ਕੇ ਉੱਥੇ ਇੱਕ ਮਤਲਬ ਐਸਾ ਫਤਿਹ ਦਾ ਡੰਕ ਵੱਜਿਆ ਫਤਿਹ ਦਾ ਝੰਡਾ ਗੱਡਿਆ ਕਿ ਆਮ ਜਿਹੜੀ ਉਮਤ ਸੀ ਜਿਹੜੇ ਹਿੰਦਕ ਸੀ ਉੱਥੇ ਦੀ ਜਿਹੜੇ ਵਾਸੀ ਸੀਗੇ ਉਹ ਸਾਰੇ ਸੁੱਖ ਦਾ ਸਾਹ ਲੈਣ ਲੱਗ ਪਏ ਇਹ ਜਿਹਦਾ ਇੱਕ ਪੋਇਟਿਕ ਅਲੰਕਾਰ ਨੇ ਜਿਹਨੂੰ ਕਿ ਪ੍ਰੋਫੈਸਰ ਸਾਹਿਬ ਚੰਗੀ ਤਰ੍ਹਾਂ ਸਮਝਦੇ ਨੇ ਦਰਸ਼ਨ ਸਿੰਘ ਹੁਣੀ ਪਰ ਉਹਨਾਂ ਦੀ ਕੀ ਮਜਬੂਰੀ ਆ ਜਾਂ ਕਿਉਂ ਇਸ ਤਰ੍ਹਾਂ ਦਾ ਉਹ ਕਰ ਰਹੇ ਆ ਉਹ ਹੀ ਜਾਣਨ ਲੇਕਿਨ ਇੱਕ ਉਹ ਅਖੀਰ ਤੇ ਆ ਕੇ ਕਹਿ ਦਿੰਦੇ ਕਿ ਪਹਿਲਾਂ ਅਸੀਂ ਜੇ ਇਹ ਪੜ੍ਹਦੇ ਰਹੇ ਗਾਉਂਦੇ ਰਹੇ ਵਿਆਖਿਆ ਕਰਦੇ ਰਹੇ ਆ ਉਦੋਂ ਸਾਨੂੰ ਸੋਝੀ ਨਹੀਂ ਸੀ ਇਹ ਉਹਨਾਂ ਨੇ ਕਿਹਾ ਕਬੂਲ ਕੀਤਾ ਕਿ ਹੁਣ ਮੈਨੂੰ ਪਤਾ ਲੱਗਿਆ ਹੈਗਾ ਸਮਾਂ ਨਹੀਂ ਆਗੇ ਦੇ ਰਿਹਾ ਕਿ ਹੋਰ ਇਸ ਵਿਸ਼ੇ ਤੇ ਗੱਲ ਕਰੀਏ ਅਗਲੇ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਨੇ ਵੀ ਇਸੇ ਵਿਸ਼ੇ ਤੇ ਸਾਂਝ ਪਾਣੀ ਹੈਗੀ ਹੈ ਸੋ ਇੱਕ ਛੋਟੀ ਜਿਹੀ ਲੈਣੇ ਆ ਬ੍ਰੇਕ ਧੰਨਵਾਦ ਤੁਹਾਡਾ ਜੋ ਇੰਟਰਪ੍ਰੀਟੇਸ਼ਨ ਹੈਗਾ ਤੁਸੀਂ ਉਹ ਦਰਸ਼ਕਾਂ ਨਾਲ ਉਸ ਦੀ ਸਾਂਝ ਪਾਈ ਧੰਨਵਾਦ ਇੱਕ ਲੈਣੇ ਜੀ ਛੋਟੀ ਜਿਹੀ ਬ੍ਰੇਕ ਇਸ ਤੋਂ ਬਾਅਦ ਅਮਰਜੀਤ ਸਿੰਘ ਜੀ ਖੋਸਾ ਆ ਕੇ ਇਸੇ ਵਿਸ਼ੇ ਤੇ ਸਾਂਝ ਪਾਣਗੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਡਾ ਮਕਸਦ ਹੈਗਾ ਤੁਹਾਡੇ ਤੱਕ ਦੋਨੋਂ ਪੱਖਾਂ ਨੂੰ ਸਾਹਮਣੇ ਲੈ ਕੇ ਆਣਾ ਫੈਸਲਾ ਤੁਸੀਂ ਕਰਨਾ ਹੈ ਇੰਟਰਪ੍ਰੀਟੇਸ਼ਨਸ ਕੈਨ ਬੀ ਡਿਫਰੈਂਟ ਡਿਫਰੈਂਸ ਆਫ ਓਪੀਨੀਅਨਸ ਹੋ ਸਕਦੇ ਨੇ ਪਰ ਇਸ ਦਾ ਮੁੱਖ ਸਾਰ ਕੀ ਹੈ ਇਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ